ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ। ਲੰਘੇ ਕੱਲ੍ਹ ਪੰਜਾਬ ਦੇ ਵੱਡੇ ਹਿੱਸੇ ਦੇ ਵਿੱਚ ਮੀਂਹ ਪੈਣ ਦੀਆਂ ਖਬਰਾਂ ਮਿਲੀਆਂ। ਜਲੰਧਰ ਦੇ ਵਿੱਚ ਵੀ ਝੜੀ ਵਰਗਾ ਮੌਸਮ ਬਣਿਆ ਰਿਹਾ, ਕਿਉਂਕਿ ਜਲੰਧਰ ਦੇ ਵਿੱਚ ਲਗਾਤਾਰ 1.5-2 ਘੰਟੇ ਮੀਂਹ ਪਿਆ, ਹਲਕੇ ਤੋਂ ਦਰਮਿਆਨੇ ਪੱਧਰ ਦਾ। ਪੰਜਾਬ ਦੇ ਹੋਰ ਵੀ ਕਈ ਹਿੱਸਿਆਂ ਦੇ ਵਿੱਚੋਂ ਇਹ ਖਬਰਾਂ ਆਈਆਂ ਕਿ ਮੀਂਹ ਸੋਹਣਾ ਪੈ ਗਿਆ। ਹਿਮਾਚਲ ਪ੍ਰਦੇਸ਼ ਦੇ ਵੱਲ ਵੀ ਬੜਾ ਮੀਂਹ ਪੈ ਰਿਹਾ। ਉੱਥੇ ਮੀਂਹ ਪੈਣ ਦੇ ਕਰਕੇ ਢਿੱਗਾਂ ਡਿੱਗਣੀਆਂ ਸ਼ੁਰੂ ਹੋ ਗਈਆਂ, ਜਾਂ ਕਹਿ ਲਈਏ ਵੀ ਪਹਾੜ ਭੁਰਨੇ ਸ਼ੁਰੂ ਹੋ ਗਏ, ਜਿਹਦੇ ਕਰਕੇ ਸੜਕਾਂ ਦੇ ਉੱਤੇ ਬਹੁਤ ਵੱਡੇ ਪੱਧਰ ਦੇ ਉੱਤੇ ਜਾਮ ਲੱਗ ਗਏ ਆ। ਸੜਕਾਂ ਬਲੌਕ ਹੋ ਕੇ ਰਹਿ ਗਈਆਂ। ਜੇ ਅਸੀਂ ਗੱਲ ਕਰਦੇ ਹਾਂ ਹਰਿਆਣੇ ਦੀ, ਦਿੱਲੀ ਦੀ, ਉੱਥੇ ਵੀ ਮੀਂਹ ਪੈ ਰਿਹਾ। ਅਤੇ ਦਿੱਲੀ ਦੇ ਵਿੱਚ ਜਿਹੜੇ ਕਿਸਾਨ ਬੈਠੇ ਆ, ਉਹਨਾਂ ਨੂੰ ਚੋਖੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਕਾਰਨ ਇਹ ਹੈ ਵੀ ਜਿਹੜੇ ਹੁਣ ਬਾਂਸ ਦੇ ਘਰ ਬਣਾਏ ਆ, ਜਿਹੜੇ ਤਰਪੈਲਾਂ ਪਾ ਕੇ ਉੱਥੇ ਆਰਜੀ ਰਹਿਣ ਬਸੇਰੇ ਬਣਾਏ ਆ, ਉਹਨਾਂ ਦੇ ਵਿੱਚ ਪਾਣੀ ਭਰ ਗਿਆ, ਉੱਥੇ ਬੁਰੇ ਹਾਲ ਹੋਏ ਪਏ ਆ। ਪਰ ਉਹ ਲੋਕ ਆ ਜਿਹੜੇ ਕਿਸਾਨ ਤੇ ਮਜ਼ਦੂਰ ਆ, ਜਿਹੜੇ ਉਹ ਸੁੱਕੀ ਥਾਂ ਦੇ ਉੱਤੇ ਜਾਂਦੇ ਆ। ਮੀਂਹ ਫੇਰ ਪੈ ਜਾਂਦਾ, ਸੰਕਟ ਫੇਰ ਵੱਧ ਜਾਂਦਾ, ਖਾਣ ਪੀਣ ਵਾਲਾ ਸਮਾਨ ਭਿੱਜਿਆ ਪਿਆ। ਪਰ ਸਿਰੜੀ ਲੋਕ ਆ, ਸਿਰੜੀ ਲੋਕਾਂ ਦੇ ਸਿਰੜ ਨੂੰ ਸਲਾਮ ਆ। ਅਤੇ ਹਰ ਰੋਜ਼ ਮੈਂ ਇਹੀ ਗੱਲ ਕਹਿਣਾ ਕਿ ਇਹਨਾਂ ਲੋਕਾਂ ਨੂੰ, ਇਹਨਾਂ ਮਿਹਨਤ ਕਸ਼ਾਂ ਨੂੰ ਤੁਸੀਂ ਹੌਸਲਾ ਵਧਾਓ, ਇਹਨਾਂ ਨੂੰ ਸ਼ਾਬਾਸ਼ ਦਿਓ। ਇਹਨਾਂ ਦੇ ਵਿੱਚ ਨਗੋਚ ਕੱਢਣ ਦੀ ਥਾਂ ਦੇ ਉੱਤੇ ਇਹ ਸੋਚੋ ਵੀ ਜੇਕਰ ਸਾਨੂੰ ਵੀ ਉੱਥੇ ਜਾਣਾ ਪਵੇ, ਅਸੀਂ ਵੀ ਉੱਥੇ ਜਾਈਏ ਤਾਂ ਫਿਰ ਕਿਵੇਂ ਲੱਗੇ। ਉਹ ਬੈਠੇ ਆ 8-8 ਮਹੀਨੇ ਤੋਂ, ਬਜ਼ੁਰਗ ਕਈ ਮਾਵਾਂ ਭੈਣਾਂ ਉੱਥੋਂ ਆਈਆਂ ਨਹੀਂ। ਉੱਥੇ ਬਹੁਤ ਸਾਰੇ ਬਜ਼ੁਰਗ ਇਹੋ ਜਿਹੇ ਆ ਜਿਹੜੇ ਇਹਨਾਂ 8 ਮਹੀਨਿਆਂ ਦੇ ਵਿੱਚ 2-4-5 ਦਿਨ ਦੇ ਲਈ ਆਪਦੇ ਪਿੰਡ ਨਗਰ ਖੇੜੇ ਆਏ ਹੋਣਗੇ। ਉਹ ਨਾਲ ਦੀ ਨਾਲ ਫਿਰ ਉੱਥੇ ਚਲੇ ਗਏ ਆ। ਯਾਨੀ ਕਿ ਭਾਵੇਂ ਪੋਹ ਮਾਘ ਦੀਆਂ ਠਾਰੀਆਂ ਹੋਣ, ਭਾਵੇਂ ਮਈ ਜੂਨ ਦੇ ਮਹੀਨੇ ਹੋਣ, ਭਾਵੇਂ ਹੁਣ ਇਸ ਵਕਤ ਹਨੇਰੀ ਝੱਖੜ ਝੁੱਲੇ ਵਾਲਾ ਮੌਸਮ ਹੋਵੇ, ਭਾਵੇਂ ਉੱਥੇ ਹੋਰ ਸਮੇਂ ਦੇ ਉੱਤੇ ਕਈ ਤਰ੍ਹਾਂ ਦੇ ਸੰਕਟ ਪੈਦਾ ਹੋਏ, ਪਰ ਉਹ ਡਟੇ ਹੋਏ ਆ। ਉਹ ਕਹਿੰਦੇ ਜੀ ਅਸੀਂ ਵਾਪਸ ਨਹੀਂ ਮੁੜਦੇ, ਖਾਲੀ ਹੱਥ ਤਾਂ ਬਿਲਕੁਲ ਵੀ ਵਾਪਸ ਨਹੀਂ ਮੁੜਦੇ। ਅਤੇ ਮੌਸਮ ਵਿਭਾਗ ਨੇ ਇਹ ਵੀ ਗੱਲ ਕਹੀ ਆ ਕਿ ਆਉਂਦੇ 48 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਵਾਹਵਾ ਮੀਂਹ ਪੈਣ ਦੀ ਹੋਰ ਵੀ ਸੰਭਾਵਨਾ ਹੈਗੀ ਆ। ਹੁਣ ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਕਿਸਾਨ ਅੰਦੋਲਨ ਦੇ ਨਾਲ ਸੰਬੰਧਿਤ ਹੈ ਅਤੇ ਪਾਰਲੀਮੈਂਟ ਦੇ ਚੱਲ ਰਹੇ ਸੈਸ਼ਨ ਦੇ ਨਾਲ ਜੁੜੀ ਹੋਈ ਹੈ। ਪਾਰਲੀਮੈਂਟ ਦੇ ਸੈਸ਼ਨ ਲਗਾਤਾਰ ਚੱਲ ਰਿਹਾ, 13 ਅਗਸਤ ਤੱਕ ਇਹ ਚੱਲਣਾ। ਪਹਿਲੇ 2 ਦਿਨ ਨਿਕਲ ਗਏ ਆ। ਪਹਿਲੇ 2 ਦਿਨਾਂ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਵਿਰੋਧੀ ਪਾਰਟੀਆਂ ਦੇ ਆਗੂਆਂ ਦੇ ਵੱਲੋਂ, ਯਾਨੀ ਕਿ ਲੋਕ ਸਭਾ ਦੇ ਮੈਂਬਰ ਅਤੇ ਰਾਜ ਸਭਾ ਦੇ ਮੈਂਬਰਾਂ ਨੇ ਕੇਂਦਰ ਦੀ ਸਰਕਾਰ ਨੂੰ ਘੇਰਾ ਪਾਈ ਰੱਖਿਆ, ਬੀਜੇਪੀ ਨੂੰ ਘੇਰਾ ਪਾਈ ਰੱਖਿਆ। ਇਹ ਗੱਲ ਕਹੀ ਆ ਕਿ ਖੇਤੀਬਾੜੀ ਦੇ ਮਾਮਲੇ ਦੇ ਉੱਤੇ ਗੱਲ ਹੋਣੀ ਚਾਹੀਦੀ ਆ, ਖੇਤੀ ਕਾਨੂੰਨ ਰੱਦ ਕਰਨ ਦੇ ਮਾਮਲੇ ਦੇ ਉੱਤੇ ਗੱਲ ਹੋਣੀ ਚਾਹੀਦੀ ਆ। ਬਾਹਰਲੇ ਪਾਸਿਓਂ ਕਿਸਾਨ ਘੇਰਾ ਪਾਉਣ ਦੀ ਕੋਸ਼ਿਸ਼ ਕਰ ਰਹੇ ਆ, ਅੰਦਰਲੇ ਪਾਸੇ ਵਿਰੋਧੀ ਪਾਰਟੀਆਂ ਨੇ ਘੇਰਿਆ ਹੋਇਆ। ਅਤੇ ਪ੍ਰਧਾਨ ਮੰਤਰੀ ਸਾਹਿਬ ਹੋਰ ਹੀ ਗੱਲ ਕਹੀ ਜਾਂਦੇ ਆ। ਉਹ ਕਹਿੰਦੇ ਜੀ ਜਿਹੜੀਆਂ ਇਹ ਵਿਰੋਧੀ ਪਾਰਟੀਆਂ, ਇਹਨਾਂ ਦੇ ਕੋਲੇ ਅਸਲ ਦੇ ਵਿੱਚ ਮੁੱਦਾ ਕੋਈ ਨਹੀਂ ਗਾ, ਇਹ ਇਸ ਕਰਕੇ ਕਾਵਾਂ ਰੌਲੀ ਪਾਉਂਦੇ ਆ। ਜਦ ਕਿ ਉਹਨਾਂ ਦੇ ਬੋਲ ਕੱਲੇ ਸੁਣਦੇ ਆ ਕਿ ਤੁਸੀਂ ਪੈਟਰੋਲ ਦੀਆਂ ਕੀਮਤਾਂ ਦੇ ਵਿੱਚ ਵਾਧੇ ਦੇ ਉੱਤੇ ਚਰਚਾ ਕਰੋ ਅਤੇ ਖੇਤੀ ਕਾਨੂੰਨਾਂ ਦੇ ਬਾਬਤ ਚਰਚਾ ਕਰਨੀ ਚਾਹੀਦੀ ਹੈ। ਪਰ ਇਹ ਗੱਲਾਂ ਸੁਣਨ ਦੀ ਥਾਂ ਦੇ ਉੱਤੇ ਸੱਤਾਧਾਰੀ ਧਿਰ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਇਹਨਾਂ ਕੋਲੇ ਮੁੱਦੇ ਹੈ ਨਹੀਂ। ਉਹਨਾਂ ਨੂੰ ਇਹ ਪ੍ਰਤੀਤ ਹੁੰਦਾ ਕਿ ਜਿਹੜੀ ਇਹ ਪੈਟਰੋਲ ਦੀ ਕੀਮਤ ਇਹ ਮੁੱਦਾ ਥੋੜ੍ਹੀ ਆ, ਇਹ ਖੇਤੀ ਕਾਨੂੰਨ ਮੁੱਦਾ ਥੋੜ੍ਹੀ ਹੈ। ਜਿਵੇਂ ਕਿ ਬਾਕੀ ਮੁੱਦੇ ਹੈਗੇ ਆ, ਉਹ ਸੂਬੇ ਦੇ ਬਾਰੇ ਆਪਾਂ ਕਾਨੂੰਨ ਪਾਸ ਕਰ ਲਈਏ, ਇਹਦੇ ਬਾਰੇ ਉਹ ਕਰ ਲਈਏ, ਫਲਾਣੇ ਬਾਰੇ ਢਿੰਗੜੇ ਬਾਰੇ ਆਹ ਗੱਲ ਕਰ ਲਈਏ। ਜਿਹੜੇ ਮੁੱਦੇ ਆ ਦੇਸ਼ ਦੇ, ਜਿਹਦੇ ਕਰਕੇ ਬੀਜੇਪੀ ਨੂੰ ਵੀ ਤਾਰੇ ਦਿਖੇ ਹੋਏ ਆ, ਇਸ ਦੇ ਬਾਵਜੂਦ ਉਹ ਹਾਲ ਦੀ ਘੜੀ ਮੰਨ ਕੇ ਰਾਜ਼ੀ ਨਹੀਂ ਵੀ ਸਾਡੇ ਵਿੱਚ ਕੋਈ ਬਹੁਤ ਵੱਡੀ ਸਮੱਸਿਆ ਪੈਦਾ ਹੋ ਰਹੀ ਹੈ। ਪਰ ਜਿਸ ਤਰੀਕੇ ਨਾਲ ਲੰਘੇ ਕੱਲ੍ਹ ਭਗਵੰਤ ਮਾਨ, ਬਾਕੀ ਅਕਾਲੀ ਦਲ ਦੇ ਆਗੂਆਂ ਦੇ ਵੱਲੋਂ, ਪੰਜਾਬ ਦੇ ਬਾਕੀ ਸਾਰੀਆਂ ਸਿਆਸੀ ਪਾਰਟੀਆਂ ਦੇ ਨੇਤਾਵਾਂ ਦੇ ਵੱਲੋਂ ਸੱਤਾਧਾਰੀ ਧਿਰ ਦੇ ਉੱਤੇ ਦਬਾਅ ਬਣਾਇਆ ਗਿਆ। ਅੱਜ ਨਹੀਂ ਤਾਂ ਕੱਲ੍ਹ ਕੇਂਦਰ ਦੀ ਸਰਕਾਰ ਨੂੰ ਪਾਰਲੀਮੈਂਟ ਦੇ ਵਿੱਚ, ਲੋਕ ਸਭਾ ਅਤੇ ਰਾਜ ਸਭਾ ਦੋਵਾਂ ਸਦਨਾਂ ਦੇ ਵਿੱਚ ਇਸ ਮੁੱਦੇ ਦੇ ਉੱਤੇ ਗੱਲ ਕਰਨੀ ਹੀ ਪਊਗੀ। ਪਰ ਕਿਸਾਨਾਂ ਦੇ ਨਾਲ ਦਿੱਲੀ ਦੀ ਪੁਲਿਸ ਦੇ ਵੱਲੋਂ ਰਵੱਈਆ ਸਹੀ ਨਹੀਂ ਅਪਣਾਇਆ ਜਾ ਰਿਹਾ। ਮੈਨੂੰ ਹੈਰਾਨੀ ਵੀ ਹੋਈ ਅਤੇ ਦੁੱਖ ਵੀ ਹੋਇਆ। ਸਿਰਫ 200 ਕਿਸਾਨ ਪਾਰਲੀਮੈਂਟ ਦੇ ਵੱਲ ਜਾਣਾ ਚਾਹੁੰਦੇ ਆ ਹਰ ਰੋਜ਼, ਪਰ ਦਿੱਲੀ ਦੀ ਪੁਲਿਸ 200 ਨੂੰ ਵੀ ਆਗਿਆ ਨਹੀਂ ਦੇ ਰਹੀ। ਉਹ ਇਹ ਗੱਲ ਕਹਿੰਦੇ ਜੀ ਤੁਹਾਨੂੰ ਅਸੀਂ ਪ੍ਰਦਰਸ਼ਨ ਵਾਸਤੇ ਕਿਤੇ ਹੋਰ ਥਾਂ ਦੇ ਦਿੰਦੇ ਹਾਂ। ਅਤੇ ਕਿਸਾਨ ਕਹਿੰਦੇ ਅਸੀਂ ਡੀਜੇ ਲਾ ਕੇ ਉੱਥੇ ਭੰਗੜਾ ਥੋੜ੍ਹੀ ਪਾਉਣਾ ਵੀ ਫਲਾਣੀ ਥਾਂ ਦੇ ਉੱਤੇ ਤੁਸੀਂ ਸਾਨੂੰ ਰੱਖ ਦਿਓ, ਸਾਨੂੰ ਫਲਾਣੀ ਥਾਂ ਦੇ ਉੱਤੇ ਭੇਜ ਦਿਓ, ਅਸੀਂ ਉੱਥੇ ਜਾ ਕੇ ਆਪਦਾ ਪ੍ਰਦਰਸ਼ਨ ਕਰ ਲਾਂਗੇ, ਨੱਚਣ ਗਾਉਣ ਕਰ ਲਾਂਗੇ। ਉਹ ਕਹਿੰਦੇ ਅਸੀਂ ਪਾਰਲੀਮੈਂਟ ਦਾ ਹੀ ਘਿਰਾਓ ਕਰਨਾ, ਪਾਰਲੀਮੈਂਟ ਦੇ ਮੂਹਰੇ ਪ੍ਰਦਰਸ਼ਨ ਕਰਨਾ, ਨਾ ਤਾਂ ਅਸੀਂ ਪਾਰਲੀਮੈਂਟ ਦੇ ਵਿੱਚ ਜਾਣਾ, ਨਾ ਅਸੀਂ ਕੋਈ ਹਮਲਾ ਕਰਨਾ। ਅਸੀਂ ਤਾਂ ਉੱਥੇ ਜਾ ਕੇ ਆਪਦਾ ਪ੍ਰਦਰਸ਼ਨ ਕਰਨਾ, ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰਨਾ। 200 ਜਣੇ ਹੋਵਾਂਗੇ, ਹਰ ਰੋਜ਼ ਜਾਵਾਂਗੇ, ਪਰ ਤੁਸੀਂ ਸਾਨੂੰ ਰੋਕਦੇ ਕਿਹੜੀ ਗੱਲੋਂ ਆ। ਪਰ ਦਿੱਲੀ ਦੀ ਪੁਲਿਸ ਦੇ ਨਾਲ ਮੀਟਿੰਗ ਆ ਜਿਹੜੀ, ਉਹ ਫਿਰ ਬੇਸਿੱਟਾ ਰਹਿ ਗਈ ਹੈ। ਦਿੱਲੀ ਦੀ ਪੁਲਿਸ ਇਸ ਗੱਲ ਦੇ ਲਈ ਰਜ਼ਾਮੰਦ ਨਹੀਂ ਕਿ ਕਿਸਾਨਾਂ ਨੂੰ ਇੱਥੇ ਆਉਣ ਦੀ ਆਗਿਆ ਦਿੱਤੀ ਜਾਵੇ। ਉਹ ਚਾਹੁੰਦੇ ਆ ਕਿ ਪਾਰਲੀਮੈਂਟ ਤੋਂ ਕਿਸਾਨ ਪਰੇ ਰੱਖੇ ਜਾਣ। ਪਰ ਅਗਲੀ ਗੱਲ ਇਹ ਵੀ ਹੈ ਵੀ ਕੇਂਦਰ ਦੀਆਂ ਏਜੰਸੀਆਂ ਨੂੰ, ਦਿੱਲੀ ਦੀ ਪੁਲਿਸ ਨੂੰ ਇਸ ਗੱਲ ਦਾ ਫਿਕਰ ਪਿਆ ਹੋਇਆ ਵੀ ਕਿਤੇ ਇਹ ਨਾ ਹੋਵੇ ਇਹ ਅੰਦਰ ਵੜੇ ਆਉਣ, ਇਹ ਕਿਤੇ 200 ਦੀ ਥਾਂ ਦੇ ਉੱਤੇ 2000 ਜਾਂ 2 ਲੱਖ ਵੀ ਹੋ ਜਾਣ। ਇਸ ਕਰਕੇ ਅਸਮਾਨ ਤੋਂ ਲੈ ਕੇ ਜ਼ਮੀਨ ਤੱਕ ਚੱਪੇ ਦੇ ਉੱਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਗਈ ਹੈ ਵੀ ਕਿਸਾਨ ਕਿਤੇ ਕੋਈ ਵੱਡੀ ਹਿਲਜੁਲ ਤਾਂ ਨਹੀਂ ਕਰਦੇ। ਹਾਲਾਂਕਿ ਕਿਸਾਨ ਦੇ ਉੱਤੇ ਇਹੋ ਜਿਹੀ ਬੇਭਰੋਸਗੀ ਕਰਨੀ,
ਮੈਨੂੰ ਆਪਣੇ ਆਪ ਦੇ ਵਿੱਚ ਦੁੱਖ ਹੁੰਦਾ ਵੀ ਯਾਰ ਇਹਨਾਂ ਲੋਕਾਂ ਨੇ ਵੋਟਾਂ ਪਾ ਕੇ ਜਿਤਾਇਆ, ਪਰ ਇਸ ਵਕਤ ਕੇਂਦਰ ਦੀ ਸਰਕਾਰ ਨਹੀਂ ਮੰਨਦੀ ਕਿ ਇਹ ਸਾਡੇ ਦੇਸ਼ ਦੇ ਕਿਸਾਨ ਆ। ਹੁਣ ਕਿਸਾਨ ਆਉਂਦੇ ਸਮੇਂ ਦੇ ਵਿੱਚ ਕਿਵੇਂ ਨਜਿੱਠਣਗੇ ਇਹ ਤਾਂ ਵਕਤ ਦੱਸੂਗਾ, ਪਰ ਰਾਜੇਵਾਲ ਸਾਹਿਬ ਦੇ ਵੱਲੋਂ, ਡਾਕਟਰ ਦਰਸ਼ਨਪਾਲ ਦੇ ਵੱਲੋਂ, ਬਾਕੀ ਵੱਖ-ਵੱਖ ਨੇਤਾਵਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਅਸੀਂ 200 ਦੀ ਗਿਣਤੀ ਦੇ ਵਿੱਚ ਜਾਵਾਂਗੇ ਤਾਂ ਜਾਵਾਂਗੇ, ਭਾਵੇਂ ਉਹ ਸਾਨੂੰ ਗ੍ਰਿਫਤਾਰ ਕਰਨ, ਭਾਵੇਂ ਉਹ ਸਾਡੀ ਕੁੱਟਮਾਰ ਕਰਨ, ਅਸੀਂ ਵਾਪਸ ਇਉਂ ਹੀ ਨਹੀਂ ਮੁੜਦੇ ਵੀ ਭਾਈ ਉਹਨਾਂ ਨੇ ਨਾ ਕਰਤੀ ਤੇ ਅਸੀਂ ਨਹੀਂ ਜਾਂਦੇ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਕੇਂਦਰ ਸਰਕਾਰ ਨੇ 3 ਨਵੇਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੀਆਂ ਕਿਸਾਨ ਜਥੇਬੰਦੀਆਂ ਵੱਲੋਂ 22 ਜੁਲਾਈ ਤੋਂ ਸੰਸਦ ਭਵਨ ਦੇ ਨੇੜੇ ਕਿਸਾਨ ਪੰਚਾਇਤ ਕਰਨ ਨੂੰ ਲੈ ਕੇ ਕਿਸਾਨ ਨੇਤਾਵਾਂ ਤੇ ਦਿੱਲੀ ਪੁਲਿਸ ਦਰਮਿਆਨ ਮੀਟਿੰਗ ਦਾ ਦੂਜਾ ਦੌਰ ਬੇਸਿੱਟਾ ਰਿਹਾ। ਕਿਸਾਨ ਆਗੂਆਂ ਦਾ ਕਹਿਣਾ ਕਿ ਪੁਲਿਸ ਨੇ ਇਜਾਜ਼ਤ ਨਹੀਂ ਦਿੱਤੀ, ਪਰ ਕਿਸਾਨ ਨਿਸ਼ਚਿਤ ਤੌਰ ਦੇ ਉੱਤੇ ਸੰਸਦ ਵੱਲ ਜਾਣਗੇ। ਇਹਦੇ ਨਾਲ ਹੀ ਤੀਜੇ ਗੇੜ ਦੀ ਮੀਟਿੰਗ ਹੋਣ ਦੀ ਸੰਭਾਵਨਾ ਵੀ ਜ਼ਾਹਰ ਕੀਤੀ ਜਾ ਰਹੀ ਹੈ। ਕਿਸਾਨ ਆਗੂ ਯੋਗੇਂਦਰ ਯਾਦਵ ਨੇ ਕਿਹਾ, ਦਿੱਲੀ ਪੁਲਿਸ ਨਾਲ ਸਾਡੀ ਮੁਲਾਕਾਤ ਬਹੁਤ ਸਕਾਰਾਤਮਕ ਰਹੀ ਹੈ। ਸਾਡੀ ਕਿਸਾਨ ਪੰਚਾਇਤ 22 ਜੁਲਾਈ ਨੂੰ ਤੈਅ ਪ੍ਰੋਗਰਾਮ ਮੁਤਾਬਕ ਹੋਵੇਗੀ। ਇਸ ਦੇ ਨਾਲ ਹੀ ਗੁਰਨਾਮ ਸਿੰਘ ਹੋਰਾਂ ਨੇ ਗੱਲ ਕਹੀ ਹੈ ਕਿ ਦਿੱਲੀ ਪੁਲਿਸ ਨੇ ਮੀਟਿੰਗ ਦੇ ਵਿੱਚ ਆਪਣੀ ਗੱਲ ਰੱਖੀ ਤੇ ਅਸੀਂ ਆਪਣੀ। ਇਹ ਵੀ ਕਿਹਾ ਕਿ ਸਾਡਾ ਜਥਾ ਜਾਵੇਗਾ, 200 ਲੋਕ ਸ਼ਾਮਲ ਹੋਣਗੇ, ਇਜਾਜ਼ਤ ਦੀ ਕੋਈ ਗੱਲ ਹੀ ਨਹੀਂ ਹੈ। ਇਹਨਾਂ ਹੀ ਨਹੀਂ, ਕਿਸਾਨ ਅੰਦੋਲਨ ਦੇ ਇੱਕ ਹੋਰ ਆਗੂ ਸ਼ਿਵ ਕੁਮਾਰ ਕੱਕਾ ਨੇ ਕਿਹਾ ਕਿ ਉਹਨਾਂ ਨੇ ਪੁਲਿਸ ਨਾਲ ਸ਼ੰਕਿਆਂ ਤੇ ਸਾਵਧਾਨੀਆਂ ਬਾਰੇ ਵਿਸਥਾਰ ਦੇ ਵਿੱਚ ਵਿਚਾਰ ਵਟਾਂਦਰੇ ਕੀਤੇ ਨੇ। ਇਜਾਜ਼ਤ ਸਰਕਾਰ ਲਿਖਤੀ ਤੌਰ ਦੇ ਉੱਤੇ ਨਹੀਂ ਦਿੰਦੀ, ਉਹ ਦੇਣਗੇ ਵੀ ਨਹੀਂ। ਸਾਡੇ 200 ਕਿਸਾਨ ਜਾਣਗੇ ਜਿਨ੍ਹਾਂ ਦੇ ਉੱਤੇ ਕਾਰਵਾਈ ਹੋਵੇਗੀ, ਉਸੇ ਤਰ੍ਹਾਂ ਸਾਡੀ ਕਾਰਵਾਈ ਹੋਵੇਗੀ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ 5 ਬੱਸਾਂ ਦੇ ਵਿੱਚ 200 ਲੋਕ ਜਾਣਗੇ, ਜਦੋਂ ਕਿ ਇਹ ਪ੍ਰਦਰਸ਼ਨ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ ਰਹੇਗਾ। ਇਸ ਤੋਂ ਇਲਾਵਾ ਹਰ ਇੱਕ ਵਿਅਕਤੀ ਨੂੰ ਕਿਸਾਨ ਪੰਚਾਇਤ ਦੌਰਾਨ ਇੱਕ ਕਾਰਡ ਦਿੱਤਾ ਜਾਵੇਗਾ ਤੇ ਉਸ ਦਾ ਆਧਾਰ ਕਾਰਡ ਉਸ ਦੇ ਨਾਲ ਹੋਵੇਗਾ। ਇਸ ਦੇ ਨਾਲ ਹੀ ਮੀਟਿੰਗ ਦੂਜੀ ਵਾਰ ਬੇਸਿੱਟਾ ਰਹਿਣ ਬਾਰੇ ਉਹਨਾਂ ਨੇ ਕਿਹਾ ਕਿ ਹੁਣ ਅਸੀਂ ਦੁਬਾਰਾ ਮੁਲਾਕਾਤ ਕਿਉਂ ਕਰਾਂਗੇ, ਜੇ ਹੋਣੀ ਹੋਈ ਤਾਂ ਹੋ ਜਾਵੇਗੀ। ਇਸ ਤੋਂ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਦੇ ਮੀਡੀਆ ਇੰਚਾਰਜ ਧਰਮਿੰਦਰ ਮਲਕ ਨੇ ਕਿਹਾ ਕਿ ਯੂਨੀਅਨ ਨੇ 22 ਜੁਲਾਈ ਨੂੰ ਆਯੋਜਿਤ ਕਿਸਾਨ ਪੰਚਾਇਤ ਵਿੱਚ ਜਾਣ ਵਾਲੇ ਕਿਸਾਨ ਜਥੇਬੰਦੀਆਂ ਦਾ ਇੱਕ ਰੋਸਟਰ ਤਿਆਰ ਕੀਤਾ ਹੈ। ਹਰ ਰੋਜ਼ 40 ਸੰਸਥਾਵਾਂ ਦੇ 5-5 ਕਿਸਾਨ ਪੰਚਾਇਤ ਦੇ ਵਿੱਚ ਸ਼ਾਮਲ ਹੋਣ ਜਾਣਗੇ। ਇਸ ਤਰ੍ਹਾਂ ਹਰ ਰੋਜ਼ 200 ਕਿਸਾਨ ਜੰਤਰ ਮੰਤਰ ਤੇ ਜਾਣਗੇ ਤੇ ਪੰਚਾਇਤ ਸਥਾਪਿਤ ਕਰਨਗੇ। ਇਸ ਦੇ ਨਾਲ ਕਿਸਾਨ ਜਥੇਬੰਦੀਆਂ ਨੂੰ ਸੂਚਿਤ ਅਗਲੇਰੀਆਂ ਜਾਣਕਾਰੀਆਂ ਲਈ ਵੀ ਕਰ ਦਿੱਤਾ ਗਿਆ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕੇਂਦਰ ਦੀ ਸਰਕਾਰ ਟਰੈਕਟਰਾਂ ਤੋਂ ਇਸ ਕਦਰ ਡਰੀ ਹੋਈ ਹੈ, ਦਿੱਲੀ ਦੀ ਪੁਲਿਸ ਵੀ ਇਸ ਕਦਰ ਡਰੀ ਹੋਈ ਹੈ ਕਿ ਸਭ ਤੋਂ ਪਹਿਲੀ ਸ਼ਰਤ ਹੀ ਉਹਨਾਂ ਨੇ ਇਹ ਰੱਖੀ ਜੀ ਕਿ ਟਰੈਕਟਰ ਨਹੀਂ ਦਿੱਲੀ ਦੇ ਵਿੱਚ ਵੜਨਗੇ। ਉਹ ਕਹਿੰਦੇ ਅਸੀਂ ਕਿਸਾਨ ਦਾ ਟਰੈਕਟਰ ਦਿੱਲੀ ਦੇ ਵਿੱਚ ਬਿਲਕੁਲ ਨਹੀਂ ਵੜਨ ਦੇਵਾਂਗੇ। ਕਿਸਾਨ ਕਹਿੰਦੇ ਅਸੀਂ ਟਰੈਕਟਰਾਂ ਦੇ ਉੱਤੇ ਆਉਂਦੇ ਹੀ ਨਹੀਂ, ਅਸੀਂ ਬੱਸ ਦੇ ਵਿੱਚ ਆ ਜਾਂਦੇ ਹਾਂ। ਉਹ ਕਹਿੰਦੇ 200 ਜਣੇ ਨਹੀਂ ਤੁਸੀਂ ਆਓਗੇ, ਇਹਨਾਂ ਦੀ ਗਿਣਤੀ ਅੱਧੀ ਕਰੋ ਜਾਂ ਅੱਧੀ ਤੋਂ ਵੀ ਅੱਧੀ ਕਰੋ। ਕਿਸਾਨ ਕਹਿੰਦੇ ਵੀ ਇੱਦਾਂ ਨਹੀਂ ਹੋਊਗਾ। 40 ਜਥੇਬੰਦੀਆਂ ਦੇ ਵਿੱਚ 5-5 ਬੰਦੇ ਹਰ ਰੋਜ਼ ਜਾਣਗੇ, ਅਸੀਂ 200 ਕਿਸਾਨ ਜਾਵਾਂਗੇ। ਅਸੀਂ ਕੋਈ ਮਾੜੀ ਨੀਤ ਨਾਲ ਨਹੀਂ ਚੱਲੇ, ਅਸੀਂ ਤਾਂ ਆਪਦੇ ਸੰਵਿਧਾਨਕ ਹੱਕ ਦੇ ਤੌਰ ਦੇ ਉੱਤੇ ਜਾਣਾ, ਅਸੀਂ ਆਪਦੀਆਂ ਮੰਗਾਂ ਮਨਵਾਉਣ ਲਈ ਜਾਣਾ। 8 ਮਹੀਨੇ ਤੋਂ ਅਸੀਂ ਧੁੱਪਾਂ ਸਿਆਲ ਸਾਰਾ ਕੁਝ ਆਪਦੇ ਪਿੰਡੇ ਦੇ ਉੱਤੇ ਹੰਡਾਇਆ, ਪਰ ਅਸੀਂ ਚਾਹੁੰਦੇ ਹਾਂ ਕਿ ਸਾਡੀਆਂ ਮੰਗਾਂ ਦੇ ਲਈ ਦਬਾਅ ਬਣੇ ਸਰਕਾਰ ਦੇ ਉੱਤੇ। ਪਰ ਦਿੱਲੀ ਦੀ ਪੁਲਿਸ ਕਹਿੰਦੀ ਨਾ, ਇੱਥੇ ਨਹੀਂ ਬਹਿਣਾ, ਤੁਹਾਨੂੰ ਕਿਤੇ ਹੋਰ ਥਾਂ ਦੇ ਦਿੰਦੇ ਆ। ਵੀ ਸਵਾਲ ਇਹ ਪੈਦਾ ਹੁੰਦਾ ਵੀ ਹੋਰ ਥਾਂ ਦਾ ਕੀ ਮਤਲਬ ਆ? ਕੀ ਤੁਹਾਨੂੰ ਆਪਣੇ ਦੇਸ਼ ਦੇ ਨਾਗਰਿਕਾਂ ਦੇ ਉੱਤੇ, ਕੀ ਤੁਹਾਨੂੰ ਅੰਨਦਾਤੇ ਦੇ ਉੱਤੇ ਭਰੋਸਾ ਨਹੀਂ? ਜੋ ਤੁਸੀਂ ਇਹ ਗੱਲ ਕਹਿੰਦੇ ਵੀ ਟਰੈਕਟਰ ਵੀ ਨਹੀਂ ਲੈ ਕੇ ਆਉਣੇ ਤੇ ਆ ਵੀ ਨਹੀਂ ਕਰਨਾ ਤੇ ਉਹ ਵੀ ਨਹੀਂ ਕਰਨਾ, ਤੁਹਾਨੂੰ ਇਸ ਗੱਲ ਦਾ ਯਕੀਨ ਕਿਉਂ ਨਹੀਂਗਾ ਵੀ ਇਹ ਕਿਸਾਨ ਤੁਹਾਡੇ ਆਪਣੇ ਆ? ਮੈਨੂੰ ਕੱਲ੍ਹ ਬੇਹੱਦ ਦੁੱਖ ਹੋਇਆ ਕਿਉਂਕਿ ਨਰਿੰਦਰ ਸਿੰਘ ਤੋਮਰ ਹੋਰੀ ਜਿਹੜੇ ਕਿ ਭਾਰਤ ਦੇ ਖੇਤੀਬਾੜੀ ਵਿਭਾਗ ਦੇ ਮੰਤਰੀ ਆ, ਜਿਹੜੇ ਕਿ ਕਾਨੂੰਨ ਰੱਦ ਨਹੀਂ ਹੋਣਗੇ, इसमें संशोधन किया जा सकता है, इन्नी गल कह के पल्ला झाड़ जाते पिछले 7-8 महीनों तो। उन्होंने ये गल कहती, कहने जी साडे कोले कोई रिकॉर्ड नहीं कि किन्ने किसानां दी मौत हुई है, क्योंकि मंगे की जा रही सी विरोधी पार्टियां दे वल्लों कि जिहड़े किसान बार्डरां दे उत्ते शहीद हो गए आ उन्हां दे परिवारक मैंबरां नूं घੱਟ जां वध आर्थिक तौर दे उत्ते मदद दित्ती जावे, मुआवजा दित्ता जावे। पर अगों तोमर साहब कहंदे सरकार दे कोले जानकारी ही कोई नहीं भी किन्ने तुर गए जहानों, उन्हां नूं कोई इस गल दा पता नहीं है भी 500 गए आ, 450 गए आ, 300 गए आ, 800 गए आ। शायद उन्हां दी नज़र दे विच बंदे ही नहीं जिहड़े कि इस वक्त बार्डरां ते बैठे आ। तुहानूं चेते होना बीजेपी दे एक सीनियर नेता ने कुछ महीने पहला कहा सी, वो कहने भी असीं किहड़ा इत्थे कह के बिठाए आ, मर्जी मुताबक बैठे आ, मौत आउणी अटल है, बार्डरां दे उत्ते बैठिਆਂ ਨੂੰ मौत आ गई की कह सकते हैं, की पता घर दे विच बैठिਆਂ ਨੂੰ भी आ जांदी। इदां दी सोच है इन्हां लोकां दी जिहड़े कि किसानां दे जिउण नूं ते उस तो बाद मरण नूं कोई अहमियत नहीं दिंदे। वोटां दे मौके अहमियत मिलदी आ, वो भी कुछ घंटिਆਂ ਦੇ ਲਈ ਜਾਂ कुछ दिनां ਦੇ ਲਈ। पर इस वक्त जदों तोमर साहब ने गल कही कि भाई सानूं नहीं पता भी किन्निਆਂ ਦੀ मौत हो गई है, ਅਸੀਂ कोई पैसा नहीं दे ਸਕਦੇਗੇ, ਤਾਂ ਫਿਰ ਮਨ ਦੇ ਵਿੱਚ ਹਰਖ ਹੋਣਾ ਕੁਦਰਤੀ ਹੈ ਵੀ ਬੰਦੇ ਕੋਈ ਸ਼ੌਕ ਨੂੰ ਥੋੜੀ ਬੈਠੇ ਆ। ਤੁਸੀਂ ਤਾਂ ਵਾਰ-ਵਾਰ ਇਹ ਗੱਲ ਕਹਿ ਦਿੰਦੇ ਕਿ ਪਿਕਨਿਕ ਪਰ ਆਏ ਹਾਂ, ਕੋਈ ਤੁਹਾਡੀ ਪਾਰਟੀ ਦਾ ਕੋਈ ਨੇਤਾ ਕੁਝ ਹੋਰ ਕਹਿ ਦਿੰਦਾ, ਪਰ ਪਿਕਨਿਕ ਦੇ ਉੱਤੇ ਕੋਈ ਇਦਾਂ ਨਹੀਂ ਬਹਿੰਦਾ। ਇੰਨੇ ਚਿਰ ਦੇ ਵਿੱਚ 8 ਮਹੀਨਿਆਂ ਦੇ ਵਿੱਚ ਤਾਂ ਕਈ ਲੋਕ ਕੈਨੇਡਾ, ਅਮਰੀਕਾ, ਨਿਊਜ਼ੀਲੈਂਡ, ਆਸਟ੍ਰੇਲੀਆ, ਇੰਗਲੈਂਡ ਦੇ ਵਿੱਚੋਂ ਵਾਪਸ ਮੁੜੇ ਆਉਂਦੇ ਆ।
ਉਹ ਕਹਿੰਦੇ ਜੀ ਭਾਈ ਹੁਣ ਅਸੀਂ ਆਪਦੇ ਪਿੰਡ ਨਗਰ ਖੇੜੇ ਦੇ ਵਿੱਚ ਲਾ ਕੇ 20 ਦਿਨ 25 ਦਿਨ ਫਿਰ ਵਾਪਸ ਜਾਵਾਂਗੇ। ਤੇ ਇਹ ਕਿਸਾਨ ਤੁਸੀਂ ਤਪਾਏ ਹੋਏ ਆ, ਇਹ ਤਪੇ ਹੋਏ 8-8 ਮਹੀਨੇ ਤੋਂ ਬੈਠੇ ਆ, 2-2 2.5 ਮਹੀਨੇ ਪਹਿਲਾਂ ਪੰਜਾਬ ਦੇ ਵਿੱਚ ਬੈਠੇ ਰਹੇ ਆ, ਤੇ ਤੁਹਾਡੀ ਨਜ਼ਰ ਦੇ ਵਿੱਚ ਕਿਸਾਨ ਹੀ ਨਹੀਂ, ਕਿੰਨਾਂ ਦੀ ਮੌਤ ਹੋ ਗਈ ਕੋਈ ਜਾਣਕਾਰੀ ਹੀ ਨਹੀਂ। ਟਰੈਕਟਰਾਂ ਤੋਂ ਤੁਸੀਂ ਡਰਦੇ ਆ, ਇਕੱਠੇ ਤੁਸੀਂ ਨਹੀਂ ਹੋਣ ਦੇਣਾ ਚਾਹੁੰਦੇ, ਮੀਟਿੰਗ ਤੁਸੀਂ ਨਹੀਂ ਰੱਖਣੀ ਚਾਹੁੰਦੇ, ਤੇ ਫਿਰ ਇਹ ਗੱਲ ਕਹਿੰਦੇ ਆ ਵੀ ਕੇਂਦਰ ਕੀ ਸਰਕਾਰ ਤੋਂ ਕਿਸਾਨੋਂ ਕੇ ਪਕਸ਼ ਮੇਂ ਹੈ। ਇਹ ਕਿਹੋ ਜਿਹਾ ਪੱਖ ਹੈ ਜਾਣਦੇ ਸਾਰੇ ਆ। ਭਾਰਤ ਦੇ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਜਿਸ ਕਦਰ ਵਾਧਾ ਹੋ ਚੁੱਕਿਆ ਤੇ ਜਿਸ ਕਦਰ ਵਾਧਾ ਹੋ ਰਿਹਾ, ਇਹ ਬਹੁਤ ਡਰਾਉਣੀ ਗੱਲ ਆ। ਆਮ ਲੋਕ ਕਰਨਗੇ ਕੀ? ਮੈਂ ਕਦੇ ਕਦੇ ਇਹ ਗੱਲ ਸੋਚਦਾ ਹੁੰਦਾ ਵੀ ਜਿਹੜਾ ਬੰਦਾ ਦਿਨ ਦੇ ਵਿੱਚ 300 ਰੁਪਈਆ 400 ਰੁਪਈਆ ਜਾਂ 500 ਰੁਪਈਆ ਕਮਾਉਂਦਾ, ਜਿਹੜਾ ਬੰਦਾ ਸਕੂਟਰ ਮੋਟਰਸਾਈਕਲ ਦੇ ਰਾਹੀਂ ਇੱਕ ਤੋਂ ਦੂਜੀ ਥਾਂ ਤੱਕ 20 25 30 50 ਕਿਲੋਮੀਟਰ ਤੱਕ ਜਾਂਦਾ ਰੁਜ਼ਗਾਰ ਦੇ ਲਈ, ਉਹ ਬੰਦਾ ਕਿਵੇਂ ਆਪਣਾ ਘਰ ਚਲਾਉਂਦਾ ਹੋਊਗਾ, ਕਿਵੇਂ ਨਿਆਣੇ ਪਾਲਦਾ ਹੋਊਗਾ, ਕਿਵੇਂ ਬਿਜਲੀ ਦਾ ਬਿੱਲ ਦਿੰਦਾ ਹੋਊਗਾ, ਕਿਵੇਂ ਜਵਾਕਾਂ ਦੀਆਂ ਫੀਸਾਂ ਤਾਰਦਾ ਹੋਊਗਾ, ਰਾਸ਼ਨ ਦੁੱਧ ਪਾਣੀ ਦੇ ਖਰਚੇ ਕਿਵੇਂ ਕੱਢਦਾ ਹੋਊਗਾ, ਦਵਾਈ ਬੂਟੀ ਦੇ ਖਰਚੇ ਕਿਵੇਂ ਨਿਕਲਦੇ ਹੋਣਗੇ। ਕਿਉਂਕਿ ਸਰਕਾਰ ਨੇ ਤਾਂ ਢੀਠਤਾ ਹੀ ਧਾਰ ਲਈ ਆ। ਜਿਹੜੀ ਚੀਜ਼ ਮਹਿੰਗੀ ਕਰਨ ਲੱਗਦੇ ਲਗਾਤਾਰ ਮਹਿੰਗੀ ਹੋਈ ਜਾਂਦੀ ਹੈ, ਉਹਦੇ ਵਿੱਚ ਕਟੌਤੀ ਦੀ ਤਾਂ ਆਸ ਹੀ ਕੋਈ ਨਹੀਂ। ਮੈਂ ਤਾਂ ਪਿਛਲੇ ਦਿਨੀ ਹੈਰਾਨ ਰਹਿ ਗਿਆ ਜਦੋਂ ਨਰਿੰਦਰ ਸਿੰਘ ਤੋਮਰ ਹੋਰਾਂ ਨੂੰ ਸਵਾਲ ਕੀਤਾ ਗਿਆ ਕਿ ਜੀ ਇਹ ਦੱਸੋ ਕਿ ਸਰੋਂ ਦੇ ਤੇਲ ਦੀਆਂ ਕੀਮਤਾਂ ਦੇ ਵਿੱਚ ਇੰਨਾ ਵਾਧਾ ਕਿਉਂ ਹੋ ਰਿਹਾ। ਉਹ ਕਹਿੰਦੇ ਜੀ ਅਸਲ ਦੇ ਵਿੱਚ ਮਿਲਾਵਟ ਘਟ ਗਈ ਹੈ, ਇਸ ਕਰਕੇ ਵਾਧਾ ਹੋ ਗਿਆ। ਮਤਲਬ ਇਹ ਆ ਵੀ ਸਾਨੂੰ 7 ਸਾਲ ਮਿਲਾਵਟ ਵਾਲੀ ਚੀਜ਼ ਹੀ ਖਵਾਈ ਗਏ। ਜੋ ਅਸੀਂ ਹੁਣ ਤੱਕ ਸਸਤੀ ਚੀਜ਼ ਖਾਧੀ ਸੀ ਉਹ ਮਿਲਾਵਟ ਵਾਲੀ ਸੀ, ਜਦੋਂ ਮਹਿੰਗੀ ਹੋ ਗਈ ਉਹ ਪਿਓਰ ਚੀਜ਼ ਆ, ਉਹ ਸ਼ੁੱਧ ਚੀਜ਼ ਆ। ਇਹਨਾਂ ਦੇ ਕਹਿਣ ਦਾ ਭਾਵ ਇਹ ਆ ਸ਼ਾਇਦ ਇਸੇ ਕਰਕੇ ਸ਼ੁੱਧ ਪੈਟਰੋਲ ਹੁਣ ਮਿਲ ਰਿਹਾ, ਸ਼ਾਇਦ ਇਸੇ ਕਰਕੇ ਸ਼ੁੱਧ ਡੀਜ਼ਲ ਹੁਣ ਮਿਲ ਰਿਹਾ, ਸ਼ਾਇਦ ਸਿਲੰਡਰ ਆ ਜਿਹੜਾ ਉਹ ਹੁਣ ਸ਼ੁੱਧ ਮਿਲਣਾ ਸ਼ੁਰੂ ਹੋਇਆ, ਕਿਉਂਕਿ ਇਹਨਾਂ ਦੀ ਨਜ਼ਰ ਦੇ ਵਿੱਚ ਮਹਿੰਗੀ ਚੀਜ਼ ਹੀ ਸ਼ੁੱਧ ਹੁੰਦੀ ਆ। ਸੋ ਤਰਕ ਇਹਨਾਂ ਦੇ ਅਜੀਬ ਹੁੰਦੇ ਆ ਜਿਹਦੇ ਉੱਤੇ ਹੈਰਾਨੀ ਹੁੰਦੀ ਆ, ਹਾਸਾ ਵੀ ਆਉਂਦਾ ਤੇ ਦੁੱਖ ਵੀ ਹੁੰਦਾ। ਭਾਰਤ ਦੇ ਵਿੱਚ ਜੇਕਰ ਤੁਹਾਨੂੰ ਇਹ ਗੱਲ ਕਹੀ ਜਾਵੇ ਕਿ ਇਸ ਚਾਲੂ ਵਰ੍ਹੇ ਦੇ ਵਿੱਚ ਜਿਹਦੇ ਅਸੀਂ 7ਵੇਂ ਮਹੀਨੇ ਦੇ ਵਿੱਚੋਂ ਹੁਣ ਲੰਘ ਰਹੇ ਆ, ਪਹਿਲੇ 6.5 ਮਹੀਨਿਆਂ ਦੇ ਵਿੱਚ ਕਿੰਨੇ ਵਾਰ ਪੈਟਰੋਲ ਦੀ ਕੀਮਤ 'ਚ ਵਾਧਾ ਹੋਇਆ ਹੋਊਗਾ। ਵੈਸੇ ਤਾਂ ਹੁਣ ਖਬਰ ਉਦੋਂ ਛਪਦੀ ਹੈ ਜਦੋਂ ਪੈਟਰੋਲ ਦੀ ਕੀਮਤ ਦੇ ਵਿੱਚ ਵਾਧਾ ਨਾ ਹੋਵੇ, ਜੇ 2-3 ਦਿਨ ਲਗਾਤਾਰ ਤੇਲ ਦੀ ਕੀਮਤ ਦੇ ਵਿੱਚ ਇਜ਼ਾਫਾ ਨਾ ਹੋਵੇ। ਖਬਰ ਲੱਗਦੀ ਹੈ ਲਗਾਤਾਰ 3 दिन से पेट्रोल की कीमत एक ही स्थान पर। ਤੇ ਜਦੋਂ ਹੁਣ ਵੱਧਦੀ ਹੈ ਕੀਮਤ ਉਦੋਂ ਕੋਈ ਖਬਰ ਵੀ ਨਹੀਂ ਛਪਦੀ, ਕਿਉਂਕਿ ਇਹ ਤਾਂ ਵਧਣਾ ਹੀ ਹੁੰਦਾ, ਹੁਣ ਤਾਂ ਧਾਰਨਾ ਹੀ ਬਣ ਗਈ ਹੈ। ਪਰ ਪਿਛਲੇ 6.5 ਮਹੀਨਿਆਂ ਦੇ ਵਿੱਚ ਭਾਰਤ ਦੇ ਵਿੱਚ ਪੈਟਰੋਲ 63 ਵਾਰ ਵਧਿਆ, 63 ਵਾਰ ਕੀਮਤ ਵਧੀ ਹੈ ਇਹਦੀ, ਤੇ 4 ਵਾਰ ਸਿਰਫ ਘਟੀ ਹੈ ਇਹਦੀ ਕੀਮਤ। ਤੇ ਡੀਜ਼ਲ ਦੀ ਕੀਮਤ ਆ ਜਿਹੜੀ ਉਹ ਲਗਾਤਾਰ 60 ਵਾਰ ਵੱਧ ਚੁੱਕੀ ਹੈ। ਯਾਨੀ ਕਿ ਜੇਕਰ ਇੱਕ ਸਾਲ ਦੇ ਅੱਧੇ ਰੂਪ ਦੇ ਵਿੱਚ ਅੱਧੇ ਮਹੀਨਿਆਂ ਦੇ ਵਿੱਚ 63 ਵਾਰ ਕੀਮਤ ਦੇ ਵਿੱਚ ਵਾਧਾ ਹੁੰਦਾ ਤਾਂ ਫਿਰ ਅਸੀਂ ਕਿਹੜੀ ਮਹਿੰਗਾਈ ਰੋਕਣ ਦੀ ਗੱਲ ਕਰਦੇ ਆ। ਜਦੋਂ ਤੁਸੀਂ ਕੇਂਦਰ ਦੇ ਕਿਸੇ ਮੰਤਰੀ ਨੂੰ ਸਵਾਲ ਕਰੋਗੇ ਕਿ ਜੀ ਇਹ ਦੱਸੋ ਕਿ ਪੈਟਰੋਲ ਤੇ ਡੀਜ਼ਲ ਦੀ ਕੀਮਤ 'ਚ ਇੰਨਾ ਵਾਧਾ ਕਿਉਂ ਹੋ ਰਿਹਾ, ਉਹ ਕਹਿੰਦੇ ਜੀ ਤੇਲ ਕੰਪਨੀਆਂ ਸਾਡੇ ਹੱਥ ਦੇ ਵਿੱਚ ਨਹੀਂ, ਇਹ ਤੇਲ ਦੀਆਂ ਕੀਮਤਾਂ ਉਹਨਾਂ ਦੇ ਹੱਥ ਦੇ ਵਿੱਚ ਹੈ। ਤੇ ਫਿਰ ਜੇਕਰ ਇਹ ਸਵਾਲ ਕਰੀਏ ਵੀ ਭਾਈ GST ਦੇ ਅਧੀਨ ਲੈ ਲਓ ਤੇਲ ਦੀਆਂ ਕੀਮਤਾਂ, ਤੇ ਫਿਰ ਹੋਰ ਸਮੱਸਿਆ ਖੜੀ ਹੋ ਜਾਂਦੀ ਹੈ, ਕਿਉਂਕਿ ਫਿਰ ਇਹਨਾਂ ਨੂੰ ਮਨ ਆਈਆਂ ਕਰਨ ਦਾ ਮੌਕਾ ਨਹੀਂ ਮਿਲਣਾ। ਯਾਨੀ ਕਿ ਲੋਕ ਮਾਰੇ ਗਏ, ਲੋਕ ਇਸ ਵਕਤ ਤਬਾਹ ਹੋਏ ਪਏ ਆ, ਪਰ ਲੋਕ ਵੀ ਢੀਠਤਾਈ ਦੇ ਸ਼ਿਕਾਰ ਆ। ਲੋਕ ਸਾਹਮਣੇ ਆ ਕੇ ਬੋਲਦੇ ਹੀ ਨਹੀਂ, ਉਹਨਾਂ ਨੇਤਾਵਾਂ ਦੇ ਮੂਹਰੇ ਆਪਦਾ ਮੂੰਹ ਖੋਲ੍ਹਦੇ ਹੀ ਨਹੀਂ। ਕਦੇ ਤੁਸੀਂ ਦੇਖਿਆ ਵੀ ਪੂਰੇ ਭਾਰਤ ਦੇ ਵਿੱਚ ਇੱਕ ਲਹਿਰ ਬਣਦੀ ਹੋਵੇ ਜੀ ਕਿ ਤੇਲ ਦੀਆਂ ਕੀਮਤਾਂ 'ਚ ਇੰਨਾ ਵਾਧਾ ਕਿਉਂ ਹੋ ਗਿਆ, ਅਸੀਂ ਸੜਕਾਂ ਦੇ ਉੱਤੇ ਆਉਨੇ ਆ, ਲੋਕ ਸਾਰਾ ਕੁਝ ਬਰਦਾਸ਼ਤ ਕਰ ਰਹੇ ਆ, ਤੇ ਲੋਕਾਂ ਦੇ ਉੱਤੇ ਹੌਲੀ ਹੌਲੀ ਹੋਰ ਭਾਰ ਪਾਇਆ ਜਾ ਰਿਹਾ, ਤੇ ਇਸੇ ਭਾਰ ਦੇ ਥੱਲੇ ਲੋਕ ਦਬ ਜਾਣੇ ਆ, ਮੁੱਕ ਜਾਣੇ ਆ, ਤੇ ਸਰਕਾਰਾਂ ਦਾ ਕੰਮ ਆਪਣਾ ਚੱਲਦਾ ਰਹਿਣਾ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਦੇਸ਼ ਭਰ ਦੇ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨੂੰ ਅੱਗ ਲੱਗੀ ਹੋਈ ਹੈ। ਦਿੱਲੀ ਤੇ ਮੁੰਬਈ ਸਮੇਤ ਦੇਸ਼ ਦੇ ਕਈ ਵੱਡੇ ਸ਼ਹਿਰਾਂ ਦੇ ਵਿੱਚ ਪੈਟਰੋਲ ਦੀ ਕੀਮਤ ਕਈ ਹਫ਼ਤੇ ਪਹਿਲਾਂ ਸੈਂਕੜੇ ਨੂੰ ਪਾਰ ਕਰ ਗਈ ਹੈ। ਸੋਮਵਾਰ ਨੂੰ ਸਰਕਾਰ ਨੇ ਦੇਸ਼ ਦੀ ਸੰਸਦ ਦੇ ਵਿੱਚ ਪੈਟਰੋਲ ਤੇ ਡੀਜ਼ਲ ਦੀ ਕੀਮਤ ਨੂੰ ਲੈ ਕੇ ਕੁਝ ਇਹੋ ਜਿਹੇ ਤੱਥ ਪੇਸ਼ ਕੀਤੇ ਜਿਹਦੇ ਬਾਰੇ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਣਾ। 2021 ਦੇ ਵਿੱਚ ਹੁਣ ਤੱਕ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਜੋ ਵਾਧਾ ਹੋਇਆ ਉਹ ਹੈਰਾਨ ਕਰਨ ਵਾਲਾ। ਪੈਟਰੋਲੀਅਮ ਵਿਭਾਗ ਦੇ ਵੱਲੋਂ ਲੋਕ ਸਭਾ ਦੇ ਵਿੱਚ ਦਿੱਤੇ ਗਏ ਲਿਖਤੀ ਜਵਾਬ ਦੇ ਮੁਤਾਬਕ ਹੁਣ ਤੱਕ ਪੈਟਰੋਲ ਦੀ ਕੀਮਤ ਦੇ ਵਿੱਚ ਇਸ ਵਰ੍ਹੇ 63 ਵਾਰ ਵਾਧਾ ਹੋ ਚੁੱਕਿਆ, ਸਿਰਫ 4 ਵਾਰ ਕੀਮਤ ਘਟੀ ਹੈ। ਸਰਕਾਰ ਨੇ ਇਹ ਅੰਕੜਾ 1 ਜਨਵਰੀ ਤੋਂ ਲੈ ਕੇ 9 ਜੁਲਾਈ ਤੱਕ ਪੇਸ਼ ਕੀਤਾ ਹੈ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਹੁਣ ਹਰ ਰੋਜ਼ ਤੇਲ ਕੰਪਨੀਆਂ ਪੈਟਰੋਲ ਤੇ ਡੀਜ਼ਲ ਦੀ ਕੀਮਤ ਤੈਅ ਕਰਦੀਆਂ ਨੇ। ਸੋ ਅਸੀਂ ਪੈਟਰੋਲ ਦੀ ਜੇਕਰ ਇਕੱਲੇ ਦੀ ਗੱਲ ਕਰੀਏ ਤਾਂ 123 ਦਿਨ ਇਹੋ ਜਿਹੇ ਰਹੇ ਜਦੋਂ ਕੀਮਤ ਦੇ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ। ਇਸੇ ਤਰ੍ਹਾਂ 61 ਦਿਨ ਇਹੋ ਜਿਹੇ ਰਹੇ ਜਦੋਂ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਕੀਤਾ ਗਿਆ, ਜਦਕਿ ਸਿਰਫ 4 ਦਿਨ ਹੀ ਕੀਮਤ ਘਟਾਈ ਗਈ ਹੈ। 125 ਦਿਨ ਇਹੋ ਜਿਹੇ ਰਹੇ ਜਦੋਂ ਡੀਜ਼ਲ ਦੀ ਕੀਮਤ ਦੇ ਵਿੱਚ ਕੋਈ ਤਬਦੀਲੀ ਨਹੀਂ ਹੋਈ। ਜੇ ਅਸੀਂ ਪਿਛਲੇ 3 ਵਰ੍ਹਿਆਂ ਦੀ ਗੱਲ ਕਰੀਏ ਤਾਂ ਪੈਟਰੋਲ ਦੀ ਕੀਮਤ 2018-19 ਦੌਰਾਨ 148 ਵਾਰ, 2019-2020 ਦਰਮਿਆਨ 99 ਵਾਰ, ਤੇ 2020-2021 ਦੇ ਵਿੱਚ 76 ਵਾਰ ਵਧਾਈ ਗਈ ਹੈ। ਇਸੇ ਤਰ੍ਹਾਂ ਡੀਜ਼ਲ ਦੀਆਂ ਕੀਮਤਾਂ 2018-19 ਦੇ ਵਿੱਚ 140 ਵਾਰ, 2019-20 ਦੇ ਵਿੱਚ 79 ਵਾਰ,
2020 2021 ਦੇ ਵਿੱਚ 73 ਵਾਰ ਵਧਾਈਆਂ ਗਈਆਂ। ਇੱਕ ਹੋਰ ਹੈਰਾਨ ਕਰਨ ਵਾਲੀ ਜਾਣਕਾਰੀ ਮੁਤਾਬਕ ਪੈਟਰੋਲੀਅਮ ਉਤਪਾਦਾਂ ਖਾਸ ਕਰਕੇ ਪੈਟਰੋਲ ਤੇ ਡੀਜ਼ਲ ਦੇ ਉੱਤੇ ਲਾਈ ਗਈ ਐਕਸਾਈਜ਼ ਡਿਊਟੀ ਤੋਂ ਹੋਣ ਵਾਲੀ ਆਮਦਨ ਨਾਲ ਜੁੜੀ ਹੋਈ ਜਾਣਕਾਰੀ ਸਾਹਮਣੇ ਆਈ ਹੈ। ਜੇ ਪਿਛਲੇ 3 ਵਰ੍ਹਿਆਂ ਦੇ ਵਿੱਚ ਸਰਕਾਰ ਦੀ ਕਮਾਈ ਦੀ ਤੁਲਨਾ ਕਰੀਏ ਤਾਂ ਪਿਛਲੇ ਸਾਲ ਯਾਨੀ ਕਿ 2020 2021 ਦੇ ਵਿੱਚ ਜ਼ਬਰਦਸਤ ਵਾਧਾ ਹੋਇਆ। 2018-19 ਦੇ ਵਿੱਚ ਸਰਕਾਰ ਨੇ ਐਕਸਾਈਜ਼ ਡਿਊਟੀ ਤੋਂ 2,35,301 ਕਰੋੜ ਰੁਪਏ ਦੀ ਕਮਾਈ ਕੀਤੀ ਹੈ, ਜਿਹਦੇ ਵਿੱਚੋਂ 2,13,000 ਕਰੋੜ ਰੁਪਏ ਸਿਰਫ ਪੈਟਰੋਲ ਤੇ ਡੀਜ਼ਲ ਦੇ ਟੈਕਸ ਤੋਂ ਆਏ ਨੇ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਪਹਿਲਾਂ ਤਾਂ ਇਹ ਗੱਲ ਕਹਿਣੀ ਬਣਦੀ ਹੈ ਵੀ ਜੋ ਅੰਕੜਾ ਸਰਕਾਰਾਂ ਦੀਆਂ ਕਮਾਈਆਂ ਦਾ ਉਹ ਦੱਸਣ ਦੇ ਲਈ ਕਾਫੀ ਹੈ ਵੀ ਲੋਕ ਭਾਵੇਂ ਟੱਠੇ ਖੂਹ ਦੇ ਵਿੱਚ ਜਾਣ, ਭਾਵੇਂ ਚੱਕੀ ਦੇ ਦੋਹਾਂ ਪੁੜਾਂ ਦੇ ਵਿੱਚ ਕਣਕ ਦੇ ਦਾਣੇ ਵਾਂਗੂ ਪਿਸ ਜਾਣ, ਇਹਨਾਂ ਨੇ ਆਪਣਾ ਸੂਤਰ ਵੇਖਣਾ। ਇਹਨਾਂ ਨੇ ਇਹ ਦੇਖਣਾ ਜੀ ਕਿ ਸਰਕਾਰ ਦੇ ਖਜ਼ਾਨੇ ਵਿੱਚ ਕੀ ਆਉਂਦਾ। ਇੰਨਾ ਪੈਸਾ ਆਉਣ ਦੇ ਬਾਵਜੂਦ ਲੋਕ ਟੈਕਸ ਹੀ ਦਿੰਦੇ ਆ। ਉਹਨੇ ਦਾ ਲੀਟਰ ਪੈਟਰੋਲ ਮਿਲਦਾ ਨੀਗਾ ਬਾਹਰਲੇ ਦੇਸ਼ਾਂ ਦੇ ਵਿੱਚੋਂ ਕੱਚਾ ਤੇਲ, ਜਿੰਨਾ ਉਹਦੇ ਉੱਤੇ ਟੈਕਸ ਲੱਗ ਕੇ ਸਾਡੇ ਸਕੂਟਰ, ਮੋਟਰਸਾਈਕਲ, ਕਾਰ, ਟਰੱਕ ਤੱਕ ਪਹੁੰਚਦਾ। ਸੋ ਜੇਕਰ ਇੰਨਾ ਟੈਕਸ ਲੈਣ ਦੇ ਬਾਵਜੂਦ ਵੀ ਸਾਡਾ ਦੇਸ਼ ਖਜ਼ਾਨੇ ਦੇ ਤੌਰ ਦੇ ਉੱਤੇ ਖਾਲੀ ਹੈ, ਜੇਕਰ ਸਾਡੇ ਦੇਸ਼ ਦੇ ਵਿੱਚ ਫਿਰ ਵੀ ਤਰੱਕੀ ਨਹੀਂ ਹੁੰਦੀ ਤਾਂ ਲੱਖ ਦੀ ਲਾਹਨਤ ਇਹਨਾਂ ਲੋਕਾਂ ਨੂੰ ਕਰਨੀ ਬਣਦੀ ਹੈ ਵੀ ਹੋਰ ਕੀ ਰਹੇਗਾ, ਸਾਡੇ ਲੀੜੇ ਲਾ ਲਓ। ਆਮ ਬੰਦਾ ਸਵੇਰ ਦੇ ਵੇਲੇ ਜਦੋਂ ਬੁਰਸ਼ ਕਰਦਾ ਉੱਠ ਕੇ, ਉਦੋਂ ਤੋਂ ਲੈ ਕੇ ਰਾਤ ਤੱਕ ਜਿਹੜੀ ਵੀ ਗਤੀਵਿਧੀ ਕਰਦਾ ਉਹਦੇ ਵਿੱਚ ਹਰ ਥਾਂ ਦੇ ਉੱਤੇ ਉਹ ਟੈਕਸ ਵੰਡਦਾ, ਟੈਕਸ ਦਿੰਦਾ। ਭਾਵੇਂ ਲੀੜੇ ਪਾਉਣੇ ਹੋਣ, ਭਾਵੇਂ ਜੁੱਤੀ ਪਾਉਂਦਾ, ਭਾਵੇਂ ਵਹੀਕਲ ਵਰਤਦਾ, ਭਾਵੇਂ ਡੀਜ਼ਲ ਪੈਟਰੋਲ ਵਰਤਦਾ, ਭਾਵੇਂ ਆਟਾ ਵਰਤਦਾ, ਭਾਵੇਂ ਖੰਡ ਚਾਹ ਪੱਤੀ ਵਰਤਦਾ, ਭਾਵੇਂ ਕੋਈ ਵੀ ਹੋਰ ਰਾਸ਼ਨ ਵਾਲੀ ਚੀਜ਼ ਵਰਤਦਾ, ਹਰ ਚੀਜ਼ ਦੇ ਉੱਤੇ ਬੰਦਾ ਟੈਕਸ ਦਿੰਦਾ ਤੇ ਦੇਸ਼ ਫੇਰ ਨੰਗ। ਇਹ ਕਿਹੜੇ ਕਾਰਨ ਆ ਜਿਹਦੇ ਕਰਕੇ ਦੇਸ਼ ਦੇ ਵਿੱਚੋਂ ਗਰੀਬੀ ਨਿਕਲਦੀ ਨਹੀਂ? ਲੋਕਾਂ ਦੀ ਚੀਕ ਨਿਕਲੀ ਪਈ ਆ। ਗਰੀਬ ਲੋਕ ਇਸ ਵਕਤ ਸਰਕਾਰਾਂ ਨੂੰ ਟੈਕਸ ਦੇ ਕੇ ਆਪਦੀ ਚੀਕ ਕਢਵਾਈ ਬੈਠੇ ਆ, ਪਰ ਸਰਕਾਰ ਫੇਰ ਕਹਿੰਦੀ ਸਾਡੇ ਕੋਲੇ ਕੁਝ ਨਹੀਂਗਾ, ਸਰਕਾਰ ਦੇ ਕੋਲੇ ਸਕੀਮਾਂ ਵਾਸਤੇ ਕੁਝ ਹੈ ਨਹੀਂਗਾ। ਹੋਰ ਹੈਰਾਨੀ ਹੁੰਦੀ ਮੈਨੂੰ ਇਸ ਗੱਲ ਦੇ ਉੱਤੇ ਵੀ ਜਲੰਧਰ ਤੇ ਪੂਰੇ ਪੰਜਾਬ ਦੇ ਕਈ ਪੈਟਰੋਲ ਪੰਪਾਂ ਦੇ ਉੱਤੇ ਜਦੋਂ ਤੁਸੀਂ ਤੇਲ ਪਾਉਣ ਜਾਂਦੇ ਆ ਤਾਂ ਸਾਹਮਣੇ ਬਹੁਤ ਵੱਡਾ ਬੋਰਡ ਦਿਸਦਾ ਉਸੇ ਪੈਟਰੋਲ ਪੰਪ ਦੇ ਉੱਤੇ ਜਿੱਥੇ ਪ੍ਰਧਾਨ ਮੰਤਰੀ ਸਾਹਿਬ ਦੇ ਹੱਸਦੇ ਚਿਹਰੇ ਵਾਲੀ ਫੋਟੋ ਹੁੰਦੀ ਆ। ਉਹਦੇ ਉੱਤੇ ਲਿਖਿਆ ਹੁੰਦਾ ਕਿ ਭਾਰਤ में कोरोना महामारी के साथ मुकाबला जारी, भारत के प्रत्येक नागरिक के मुफ्त वैक्सीनेशन, यानी कि टीका मुफ्त ਦੇ ਵਿੱਚ ਉਧਰ ਲਾਉਣ ਦੀ ਗੱਲ ਕਰਕੇ ਤੇ ਇੱਕ ਟੀਕਾ ਇੱਧਰ ਲੱਗੀ ਜਾਂਦਾ ਜਿਹੜਾ ਡੀਜ਼ਲ ਤੇ ਪੈਟਰੋਲ ਜਦੋਂ ਪਾਉਂਦੇ ਆ ਉਸ ਰੂਪ ਦੇ ਵਿੱਚ। ਸੋ ਭਾਰਤ ਦੇ ਲੋਕਾਂ ਦਾ ਬਣੂਗਾ ਕੀ? ਕਦੇ ਭਾਰਤ ਦੇ ਲੋਕਾਂ ਨੇ ਵੀ ਨਹੀਂ ਸੋਚਿਆ। ਸੋ ਦੁੱਖ ਹੁੰਦਾ ਇਸ ਗੱਲ ਦੇ ਉੱਤੇ ਵੀ ਜਿਹਨੂੰ ਵੀ ਅਸੀਂ ਚੁਣਦੇ ਆ ਉਹ ਸਾਨੂੰ ਚੂੰਡ ਕੇ ਖਾ ਜਾਂਦਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਹੁਣ ਥੋੜੀ ਜਿਹੀ ਧੁਰਲੀ ਜਿਹੀ ਮਾਰੀ ਗਈ ਹੈ। ਉਹਨਾਂ ਦੇ ਵੱਲੋਂ ਹੁਣ ਆਪਣੀ ਪਾਰਟੀ ਦੇ ਵਿਧਾਇਕਾਂ ਤੇ ਮੰਤਰੀਆਂ ਦੇ ਨਾਲ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਜਾਊਗਾ। ਇਹ ਗੱਲ ਪਤਾ ਲੱਗੀ ਜੀ ਕਿ ਹਰ ਹਫ਼ਤੇ ਉਹਨਾਂ ਨੇ ਹੁਣ ਮੰਤਰੀਆਂ ਦੇ ਨਾਲ ਜਾਂ ਕਹਿ ਦਈਏ ਵਿਧਾਇਕਾਂ ਦੇ ਨਾਲ ਜਿਹੜੇ ਆਪਣੀ ਪਾਰਟੀ ਦੇ ਵਿਧਾਇਕ ਆ ਉਹਨਾਂ ਦੇ ਨਾਲ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨਾ, ਹਲਕਿਆਂ ਦੇ ਵਿਕਾਸ ਦੇ ਲਈ ਗੱਲ ਕਰਨੀ ਆ। ਇਹ ਉਹ ਵੇਲਾ ਜਦੋਂ ਕੈਪਟਨ ਅਮਰਿੰਦਰ ਸਿੰਘ ਦੇ ਮੂਹਰੇ ਵੀ ਬਹੁਤ ਵੱਡੀ ਸਮੱਸਿਆ, ਕਿਉਂਕਿ ਜਿਨ੍ਹਾਂ ਦੀ ਕੁਰਸੀ ਕੱਲ੍ਹ ਤੱਕ ਕੈਪਟਨ ਸਾਹਿਬ ਦੇ ਬਰਾਬਰ ਡਹਿੰਦੀ ਸੀ, ਅੱਜ ਕੱਲ੍ਹ ਉਹ ਨਵਜੋਤ ਸਿੰਘ ਸਿੱਧੂ ਨੂੰ ਜੱਫੀ ਪਾ ਕੇ ਤੁਰੇ ਫਿਰਦੇ ਆ। ਕੈਪਟਨ ਅਮਰਿੰਦਰ ਸਿੰਘ ਦੇ ਨਾਲ ਕੁਝ ਕੁ ਇਸ ਵਕਤ ਵਿਧਾਇਕ ਆ ਤੇ ਕੁਝ ਕੀ ਮੰਤਰੀ ਹੈ। ਵੈਸੇ ਲੰਘੇ ਕੱਲ੍ਹ ਬ੍ਰਹਮ ਮਹਿੰਦਰਾ ਨੇ ਇੱਕ ਗੱਲ ਦਾ ਸਟੈਂਡ ਜ਼ਰੂਰ ਲਿਆ। ਉਹ ਕਹਿੰਦੇ ਜਿੰਨੀ ਦੇਰ ਤੱਕ ਨਵਜੋਤ ਸਿੰਘ ਸਿੱਧੂ ਕੈਪਟਨ ਅਮਰਿੰਦਰ ਸਿੰਘ ਦੇ ਕੋਲੋਂ ਜਨਤਕ ਤੌਰ ਤੇ ਮਾਫੀ ਨਹੀਂ ਮੰਗਦਾ, ਉਨੀ ਦੇਰ ਤੱਕ ਮੈਂ ਵੀ ਸਿੱਧੂ ਨੂੰ ਨਹੀਂ ਮਿਲਣਾ। ਤੇ ਹਾਲੇ ਤੱਕ ਇੰਨਾ ਪੱਕਾ ਸਟੈਂਡ ਕਿਸੇ ਹੋਰ ਮੰਤਰੀ ਦੇ ਵੱਲੋਂ ਜਾਂ ਵਿਧਾਇਕ ਦੇ ਵੱਲੋਂ ਨਹੀਂ ਸੀ ਲਿਆ ਗਿਆ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਪੰਜਾਬ ਦੇ ਵਿੱਚ ਕਾਂਗਰਸ ਦੇ ਸੂਬਾ ਪ੍ਰਧਾਨ ਦੇ ਅਹੁਦੇ ਤੇ ਨਵਜੋਤ ਸਿੰਘ ਸਿੱਧੂ ਦਾ ਐਲਾਨ ਹੋਣ ਤੋਂ ਬਾਅਦ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਦੇ ਸੰਸਦ ਮੈਂਬਰਾਂ ਤੇ ਵਿਧਾਇਕਾਂ ਨੂੰ ਪੂਰਾ ਸਮਾਂ ਦੇਣ ਦਾ ਫੈਸਲਾ ਕੀਤਾ। ਸੂਤਰਾਂ ਮੁਤਾਬਕ 21 ਜੁਲਾਈ ਨੂੰ ਪੰਜਾਬ ਨਾਲ ਸੰਬੰਧਿਤ ਲੋਕ ਸਭਾ ਤੇ ਰਾਜ ਸਭਾ ਦੇ ਸੰਸਦ ਮੈਂਬਰਾਂ ਤੇ ਪਾਰਟੀ ਵਿਧਾਇਕਾਂ ਦੇ ਨਾਲ ਅਹਿਮ ਮੀਟਿੰਗ ਕੀਤੀ ਜਾ ਸਕਦੀ ਹੈ। ਉਂਝ ਤਾਂ ਮੁੱਖ ਮੰਤਰੀ ਨੇ ਵਿਧਾਇਕਾਂ ਦੇ ਨਾਲ ਮੀਟਿੰਗਾਂ ਸ਼ੁਰੂ ਕਰ ਹੀ ਦਿੱਤੀਆਂ ਨੇ, ਜਿਨ੍ਹਾਂ ਦੇ ਵਿੱਚ ਉਹਨਾਂ ਦੇ ਵਿਧਾਨ ਸਭਾ ਹਲਕਿਆਂ ਨਾਲ ਸੰਬੰਧਿਤ ਸਮੱਸਿਆਵਾਂ ਤੇ ਵਿਕਾਸ ਪ੍ਰੋਜੈਕਟਾਂ ਦੇ ਉੱਤੇ ਚਰਚਾ ਕਰਕੇ ਮੁੱਖ ਮੰਤਰੀ ਨੇ ਗਰੰਟਾਂ ਜਾਰੀ ਕਰਨ ਦੇ ਹੁਕਮ ਦਿੱਤੇ ਨੇ। ਬੁੱਧਵਾਰ ਨੂੰ ਮੁੱਖ ਮੰਤਰੀ ਪਾਰਟੀ ਦੇ ਸੰਸਦ ਮੈਂਬਰਾਂ ਤੇ ਵਿਧਾਇਕਾਂ ਨਾਲ ਉਹਨਾਂ ਦੇ ਸੰਸਦੀ ਤੇ ਵਿਧਾਨ ਸਭਾ ਹਲਕਿਆਂ ਦੇ ਵਿੱਚ ਕੀਤੇ ਜਾਣ ਵਾਲੇ ਵਿਕਾਸ ਕੰਮਾਂ ਦੇ ਉੱਤੇ ਚਰਚਾ ਕਰਨਗੇ। ਪਾਰਟੀ ਦੇ ਸੰਸਦ ਮੈਂਬਰਾਂ ਨਾਲ ਕੈਪਟਨ ਨੇ ਹਰ ਹਫ਼ਤੇ ਮੀਟਿੰਗਾਂ ਕਰਨ ਦਾ ਫੈਸਲਾ ਕੀਤਾ ਹੈ ਔਰ ਰੋਜ਼ਾਨਾ ਪਾਰਟੀ ਦੇ ਵਿਧਾਇਕਾਂ ਨੂੰ ਮਿਲਿਆ ਵੀ ਕਰਨਗੇ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕਿ ਕੈਪਟਨ ਅਮਰਿੰਦਰ ਸਿੰਘ ਜਿਸ ਤਰੀਕੇ ਦੇ ਨਾਲ ਹੁਣ ਮੀਟਿੰਗਾਂ ਦੀ ਗੱਲ ਕਰਦੇ, ਜੇਕਰ ਪਹਿਲਾਂ ਤੋਂ ਹੀ ਸ਼ੁਰੂ ਤੋਂ ਹੀ ਉਹ ਆਪਣੀ ਪਾਰਟੀ ਦੇ ਵਿਧਾਇਕਾਂ ਨੂੰ ਵੀ ਮਿਲਦੇ ਰਹਿੰਦੇ, ਮੰਤਰੀਆਂ ਦੀ ਵੀ ਗੱਲ ਸੁਣਦੇ, ਲੋਕਾਂ ਦੇ ਵਿੱਚ ਜਾ ਕੇ ਵੀ ਵਿਚਰਦੇ ਤੇ ਕੀਤੇ ਹੋਏ ਵਾਅਦੇ ਪੂਰੇ ਜਿਹੜੇ ਉਹ ਕਰਕੇ ਦਿਖਾਉਣੇ, ਤਲੀ ਤੇ ਸਰੋਂ ਜਮਾਉਂਦੇ, ਤਾਂ ਅੱਜ ਵਾਲਾ ਸੰਕਟ ਪੈਦਾ ਨਹੀਂ ਸੀ ਹੋਣਾ। ਤੁਹਾਡੇ ਨਾਲ ਅਸੀਂ ਬਹੁਤ ਵਾਰ ਖਬਰਾਂ ਸਾਂਝੀਆਂ ਕੀਤੀਆਂ 2 ਸਾਲ ਪਹਿਲਾਂ ਵੀ, 3 ਸਾਲ ਪਹਿਲਾਂ ਵੀ ਕਾਂਗਰਸ ਦੇ ਵਿਧਾਇਕਾਂ ਨੇ ਹੀ ਆਪਣੀ ਸਰਕਾਰ ਦੇ ਉੱਤੇ ਦੋਸ਼ ਲਾਏ ਵੀ ਸਾਡੀ ਤਾਂ ਪੁੱਛ ਪ੍ਰਤੀਤ ਹੀ ਕੋਈ ਨਹੀਂ, ਅਸੀਂ ਹਲਕੇ ਦੇ ਵਿੱਚ ਵੜਾਂਗੇ ਕਿਵੇਂ। ਅੱਜ ਤੱਕ ਉਹ ਦੋਸ਼ ਲੱਗਦੇ, ਇਸੇ ਕਰਕੇ ਉਹ ਨਿਰਾਸ਼ ਹੋਏ ਵਿਧਾਇਕ ਤੇ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਤੁਰੇ ਫਿਰਦੇ ਆ।
ਇਹ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਜੇਕਰ ਵੇਲੇ ਸਿਰ ਫੈਸਲੇ ਲਏ ਹੁੰਦੇ ਤਾਂ ਅੱਜ ਵਾਲੇ ਹਾਲਾਤ ਪੈਦਾ ਨਹੀਂ ਸੀ ਹੋਣੇ। ਪਰ ਫਿਰ ਵੀ ਉੱਥੇ ਗੱਲ ਆ ਕੇ ਮੁੱਕਦੀ ਹੈ ਵੀ ਪੰਜਾਬ ਦੇ ਲੋਕਾਂ ਦਾ ਭਲਾ ਕੀਤਾ ਜਾਵੇ, ਪੰਜਾਬ ਦੇ ਲੋਕਾਂ ਦਾ ਕੁਝ ਸਵਾਰਿਆ ਜਾਵੇ, ਜੋ ਸੁਪਨੇ ਦਿਖਾਏ ਗਏ ਸੀ ਉਹ ਸੁਪਨੇ ਜ਼ਰੂਰ ਪੂਰੇ ਕੀਤੇ ਜਾਣ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।